ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਅੱਜ ਆਪਾਂ ਬੇਸਿਕਲੀ ਲਾਈਵ ਹੋਏ ਆ ਟੂ ਡਿਸਕਸ ਆਰ ਸਕਸੈਸ ਸਟੋਰੀਜ਼ ਆਲਸੋ ਬਿਕੋਜ਼ ਜਿਹੜੇ ਬੱਚੇ ਹੈ ਜੋ ਆਪਣਾ ਕੌਨਫੀਡੈਂਸ ਸਾਡੇ ਵਿੱਚ ਸਾਡੀ ਕੰਪਨੀ ਵਿੱਚ ਪੁੱਟ ਇਨ ਕਰਦੇ ਹੈ, ਸੋ ਸਾਡੇ ਤੇ ਵੀ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਉਹਨਾਂ ਦੀ ਪ੍ਰੋਫਾਈਲ ਟੂਵਰਡਸ ਸਕਸੈਸ ਆਫ देयर ਵੀਜ਼ਾ ਅਸੀਂ ਉਸ ਤਰੀਕੇ ਨਾਲ ਕੰਮ ਕਰੀਏ ਤੇ ਉਹਨਾਂ ਨੂੰ ਵੀਜ਼ਾ ਅਪਰੂਵਲ ਦਿਵਾਈਏ ਟੂ ਆਰ ਬੈਸਟ ਕਪੈਸਿਟੀ। ਸੋ ਉਸ ਚੀਜ਼ਾਂ ਨੂੰ ਲੈ ਕੇ ਆਫਕੋਰਸ ਸਾਡੀ ਵੀ ਮੋਰਲ ਕਾਫੀ ਬੂਸਟ ਹੁੰਦੀ ਹੈ, ਸਾਡੀ ਕੰਪਨੀ ਦੀ ਕਾਫੀ, ਸਾਡੇ EMPLOYEES ਦੀ। ਸੋ ਐਵਰੀਬਡੀ ਗੈਟਸ ਮੋਟੀਵੇਟਡ ਜਦ ਇੱਕ ਵੀ ਵੀਜ਼ਾ ਅਪਰੂਵਲ ਜਾਂ PPR ਸਾਨੂੰ ਆਉਂਦਾ ਹੈ। ਸੋ ਬਟ ਅੱਜ ਦਾ ਦਿਨ ਹੈਜ਼ ਬੀਨ very eventful if I talk about. So we have received 1, 2, 3, 4 and 5 passport requests. So if I start, this is one, this is the second one, this is the third one, this is the fourth and the fifth one. So ਇਹ ਸਾਡੇ ਵੀਜ਼ਾ ਸਾਡੀ PPRs ਆਈਆਂ ਅੱਜ ਸਵੇਰੇ। ਸੋ ਆਫਕੋਰਸ ਜੇ ਤੁਸੀਂ ਮੰਡੇ ਨੂੰ ਆ ਕੇ ਸਾਰੇ ਕਹਿੰਦੇ ਆ ਜੀ ਮੰਡੇ ਨੂੰ ਕੰਮ ਕਰਨ ਦਾ ਜੀ ਨਹੀਂ ਕਰਦਾ, ਮੰਡੇ ਬਲੂਜ਼ ਹੁੰਦੇ ਹੈ। ਸੋ ਜੇ ਆਪਾਂ ਉਸ ਤਰੀਕੇ ਨਾਲ ਗੱਲ ਕਰੀਏ ਐਂਡ ਔਨ ਦੀ ਅਦਰ ਹੈਂਡ ਸਾਨੂੰ ਇਹੋ ਜੀ ਨਿਊਜ਼ ਮਿਲੇ ਔਨ ਮੰਡੇ ਮਾਰਨਿੰਗ, ਵਾਟ ਬੈਟਰ ਪੂਰੀ ਵੀਕ ਐਂਡ ਅੱਗੇ ਲਈ ਟੀਮ ਵੀ ਕਾਫੀ ਮੋਟੀਵੇਟਡ ਰਹਿੰਦੀ ਹੈ ਐਂਡ ਆਫਕੋਰਸ ਵੀ ਆਰ ਆਲਸੋ ਮੋਟੀਵੇਟਡ ਟੂ ਗਿਵ ਆਰ ਸਟੂਡੈਂਟਸ ਦ ਬੈਸਟ ਪੋਸੀਬਲ ਸੋਲਿਊਸ਼ਨ ਫॉर देयर प्रोफाइल्स। ਹਾਂਜੀ, so it basically I just wanted to start with this thing and thank you everyone ਜਿਨ੍ਹਾਂ ਨੇ who trusted us ਕਿ ਅਸੀਂ ਉਹਨਾਂ ਨੂੰ ਇੱਕ ਵੀਜ਼ਾ ਅਪਰੂਵਲ ਦੇ ਵੱਲ ਲੈ ਕੇ ਜਾ ਸਕਦੇ ਹਾਂ। ਸੋ ਆਈ ਵੁੱਡ ਸੇ ਥੈਂਕ ਯੂ ਸੋ ਮਚ ਐਂਡ ਅਫਕੋਰਸ ਤੁਹਾਡੇ ਸਪੋਰਟ ਨਾਲ ਹੀ ਅਸੀਂ ਅੱਗੇ ਵੱਧਦੇ ਰਵਾਂਗੇ। ਇੱਕ ਦਿਨ 'ਚ 5-6 ਆਈਆਂ ਅੱਗੇ ਇਫ ਤੁਹਾਡੀ ਸਪੋਰਟ ਰਹੀ ਐਂਡ ਵੀ ਹੈਵ ਗੋਡ ਔਨ ਆਰ ਸਾਈਡ ਤੇ ਅਫਕੋਰਸ ਸਾਡੀ ਇਹ ਅਪਰੂਵਲਸ ਪਰ ਡੇ ਵੱਧਦੀਆਂ ਜਾਣਗੀਆਂ। ਐਂਡ ਜਿਵੇਂ ਆਈ ਹੈਵ ਮੈਂਸ਼ਨਡ ਕਿ ਬੇਸਿਕਲੀ ਅੱਜ ਦਾ ਸਾਡਾ ਜਿਹੜਾ ਮੋਟਿਵ ਹੈ ਟੂ ਗੋ ਲਾਈਵ ਐਂਡ ਟੂ ਟਾਕ ਟੂ ਯੂ ਆਲ ਇਜ਼ ਕਿ ਵੀਜ਼ਾ ਅਪਰੂਵਲ ਐਂਡ ਪਾਸਪੋਰਟ ਸਟੈਂਪਿੰਗ ਜਿਵੇਂ ਮੈਂ ਗੱਲ ਕੀਤੀ ਟੂ ਸਟਾਰਟ ਔਨ ਅ ਗੁੱਡ ਨੋਟ। ਅਫਕੋਰਸ ਸਾਰੇ ਮੋਟੀਵੇਟਡ ਹੁੰਦੇ ਐਂਡ ਐਵਰੀਬਡੀ ਵਾਂਟ ਟੂ ਬੀ ਇਨ ਦੈਟ ਪੋਜੀਸ਼ਨ ਜੀ ਸਾਡਾ ਵੀ ਵੀਜ਼ਾ ਅਪਰੂਵਲ ਆਏ। ਸੋ ਅਫਕੋਰਸ ਇੱਕ ਹੋਪ ਬਿਲਡ ਹੋ ਜਾਂਦੀ ਹੈ ਕਿ ਸਾਡੀ ਅੱਜ 5 ਤੋਂ 6 ਜੋ PPRs ਆਈਆਂ। ਐਂਡ ਨੈਕਸਟ ਇਜ਼ ਜੋ ਆਨਲਾਈਨ ਸਟੱਡੀ ਹੈ ਸੈਪਟੈਂਬਰ ਇਨਟੇਕ ਨੂੰ ਲੈ ਕੇ ਕਿ ਉਹ ਕਿਵੇਂ ਚੱਲਣੀ ਹੈ ਕਿਵੇਂ ਨਹੀਂ ਚੱਲਣੀ, ਵੀਜ਼ਾ ਅਪਰੂਵਲ ਆਉਣ ਤੋਂ ਬਾਅਦ ਹੋਣੀ ਹੈ, ਡਿਊਰਿੰਗ ਯੋਰ ਫਾਈਲ ਸਬਮਿਸ਼ਨ ਹੋਣੀ ਹੈ। ਸੋ ਇਹ ਸਭ ਚੀਜ਼ਾਂ ਨੂੰ ਲੈ ਕੇ ਆਪਾਂ ਗੱਲ ਕਰਾਂਗੇ। ਐਂਡ ਨੈਕਸਟ ਆਪਾਂ ਗੱਲ ਕਰਾਂਗੇ ਕਿ ਜਦ ਤੁਹਾਡੇ ਬਾਇਓਮੈਟ੍ਰਿਕਸ ਹੋ ਗਿਆ, ਫਾਈਲ ਕੰਪਲੀਟ ਹੋ ਗਈ ਹੈ ਤਾਂ ਉਸ ਤੋਂ ਕਿੰਨੀ ਦੇਰ ਤੋਂ ਬਾਅਦ ਸਾਡਾ ਰਿਜ਼ਲਟ ਆ ਰਿਹਾ ਹੈ। ਸੋ ਬੇਸਿਕਲੀ ਵੀਜ਼ਾ ਦਾ ਡਿਸੀਜਨ ਕਿੰਨਾ ਟਾਈਮ ਲੈ ਰਿਹਾ ਅੱਜ ਕੱਲ੍ਹ। ਸੋ ਉਸ ਚੀਜ਼ ਨੂੰ ਲੈ ਕੇ ਆਪਾਂ ਗੱਲ ਕਰਾਂਗੇ। ਐਂਡ ਦੈਨ ਆਫ ਕੋਰਸ ਵੀਜ਼ਾ ਸਕਸੈਸ ਰੇਟ ਫॉर ਕੈਨੇਡਾ। This is a very important point. Why very important? Because ਵਿੱਚ ਅਸੀਂ ਨਾ ਦੇਖਿਆ ਸੀ ਕਿ ਨਾ ਕਾਫੀ ਡਾਊਨਫਾਲ ਆ ਗਿਆ ਸੀ ਕੈਨੇਡਾ ਦੇ ਵਿੱਚ, ਕਿਉਂਕਿ ਜਿਵੇਂ ਕੈਨੇਡਾ ਨੇ ਆਪਣਾ ਬਿਕੋਜ਼ ਜਿਵੇਂ ਸਾਰਿਆਂ ਨੂੰ ਪਤਾ ਹੈ, ਮੈਂ ਪਹਿਲਾਂ ਵੀ ਬਹੁਤ ਵਾਰ ਮੈਂਸ਼ਨ ਕਰ ਚੁੱਕੀ ਹਾਂ ਦੈਟ ਕੈਨੇਡਾ ਦੀ ਇਕੋਨਮੀ ਕਾਫੀ ਹੱਦ ਤੱਕ ਡਿਪੈਂਡ ਕਰਦੀ ਹੈ ਔਨ ਇੰਟਰਨੈਸ਼ਨਲ ਸਟੂਡੈਂਟਸ। ਸੋ ਜੇ ਆਪਾਂ ਉਸ ਚੀਜ਼ ਨੂੰ ਧਿਆਨ ਰੱਖਦੇ ਹੋਏ ਦੇਖੀਏ ਸੋ ਕਾਫੀ ਫਾਈਲਾਂ ਲੱਗੀਆਂ ਸੀ, ਕਾਫੀ ਇਹਨਾਂ ਤੇ ਪ੍ਰੈਸ਼ਰ ਵੀ ਆਇਆ ਸੀ ਕੈਨੇਡੀਅਨ ਹਾਈ ਕਮਿਸ਼ਨ ਤੇ ਵਿੱਚ ਇੱਕਦਮ ਇਹੋ ਜਿਹਾ ਟਾਈਮ ਵੀ ਆਇਆ ਸੀ ਜਦ ਕਾਫੀ ਰਿਫਿਊਜ਼ਲਸ ਆਉਣ ਲੱਗ ਪਈਆਂ ਸੀ। ਸੋ ਸਾਰੇ ਏਜੰਟ ਹੋ ਗਏ, ਮਾਰਕੀਟ ਵਿੱਚ ਇੱਕ ਥੋੜੀ ਜਿਹੀ ਨਾ ਇੱਕ ਨੈਗੇਟਿਵ ਟ੍ਰੈਂਡ ਚੱਲ ਪਿਆ ਸੀ ਕੈਨੇਡਾ ਨੂੰ ਲੈ ਕੇ। ਸੋ ਉਸ ਟਾਈਮ ਤੇ ਬੱਚੇ ਜਿਵੇਂ ਕੈਨੇਡਾ ਬੀਇੰਗ ਦ ਫਰਸਟ ਪ੍ਰਾਇੋਰਿਟੀ ਫॉर ਐਨੀ ਸਟੂਡੈਂਟ, ਫॉर ਮੋਸਟ ਆਫ ਦ ਸਟੂਡੈਂਟਸ ਆਈ ਵੁੱਡ ਸੇ ਕਿ ਪਹਿਲੀ ਪ੍ਰਾਇੋਰਿਟੀ ਉਹਨਾਂ ਦੇ ਲਈ ਹਮੇਸ਼ਾ ਕੈਨੇਡਾ ਰਹਿੰਦੀ ਹੈ। ਮੇ ਬੀ ਕੋਈ ਰਿਸ਼ਤੇਦਾਰ ਹੁੰਦਾ ਜਾਂ ਪਿੱਛੇ ਦੇ ਹੈਵ ਸਮ ਕਨੈਕਸ਼ਨ ਔਰ ਇਟਸ ਜਸਟ ਕੈਨੇਡਾ ਫॉर देम। ਸੋ ਉਹ ਚੀਜ਼ਾਂ ਨੂੰ ਲੈ ਕੇ तो ਵਿੱਚ ਕਾਫੀ ਡਾਊਨਫਾਲ ਆਇਆ ਸੀ ਐਂਡ ਕਾਫੀ ਨੈਗੇਟਿਵਿਟੀ ਹੋ ਗਈ ਸੀ ਜੀ ਕੈਨੇਡਾ ਤਾਂ ਹੁਣ ਸਾਰੇ ਰਿਫਿਊਜ਼ਲ ਦੀ ਦੇ ਰਿਹਾ ਹੈ, ਚੰਗੇ ਕੇਸਿਸ 'ਚ ਵੀ ਰਿਫਿਊਜ਼ਲ ਦੇ ਰਿਹਾ ਹੈ। ਤਾਂ ਚਲੋ ਜਿਵੇਂ ਮੈਂ ਅੱਜ ਆਪਣੇ ਐਕਸੈਪਟਡ ਕੇਸਿਸ ਦੀ ਗੱਲ ਕਰੀ ਸੀ, ਕੋਈ ਵੀ ਏਜੰਟ ਜੇ ਇਹ ਗੱਲ ਕਹਿੰਦਾ ਨਾ ਜੀ ਸਾਡਾ 100% ਸਕਸੈਸ ਰੇਟ ਹੈ ਜੀ, ਸਾਡੀ ਤਾਂ ਰਿਫਿਊਜ਼ਲਸ ਆਉਂਦੀਆਂ ਹੀ ਨਹੀਂ, ਆਈ ਪਰਸਨਲੀ ਫੀਲ it cannot be very true no matter how good you are in the market. So I don't want to comment on anybody, but ਮੈਨੂੰ personally ਇਹ ਚੀਜ਼ ਲੱਗਦੀ ਹੈ ਕਿ see a coin always has two sides. ਜੇ approval ਹੈ ਤੇ rejection ਵੀ ਹੈ। ਸੋ ਅਪਰੂਵਲ, ਰਿਜੈਕਸ਼ਨ, ਪ੍ਰੋਫਾਈਲ ਬਿਲਡਿੰਗ ਇਹ ਸਾਰੇ ਚੀਜ਼ਾਂ ਨੂੰ ਲੈ ਕੇ ਇੱਕ ਪਾਰਟ ਹੈ, ਬਟ ਜੋ ਕੈਨੇਡੀਅਨ ਹਾਈ ਕਮਿਸ਼ਨ ਦੇ ਜੋ ਰਿਜ਼ਲਟ ਜਿਨ੍ਹਾਂ ਨੇ ਦੇਣਾ ਹੈ ਬੇਸਿਕਲੀ, ਸੋ ਉਹ ਉਹਨਾਂ ਤੇ ਹੀ ਡਿਪੈਂਡ ਕਰਦਾ ਹੈ। ਉਸ ਚੀਜ਼ 'ਚ ਸਾਡਾ ਐਜ਼ ਅ ਸਟੂਡੈਂਟ, ਐਜ਼ ਐਨ ਏਜੰਟ ਔਰ ਮੇ ਬੀ ਐਜ਼ ਐਨੀਬਡੀ ਸਾਡਾ ਕੋਈ ਰੋਲ ਨਹੀਂ ਹੁੰਦਾ।
ਸੋ ਇਸ ਕਰਕੇ ਇਟ ਕੰਪਲੀਟਲੀ ਦ ਫਾਈਨਲ ਡਿਸੀਜਨ ਕੰਪਲੀਟਲੀ ਡਿਪੈਂਡਸ ਅਪਨ ਦ ਪਰਸਨ ਜਿਹਦੇ ਹੱਥ ਵਿੱਚ ਤੁਹਾਡੀ ਫਾਈਲ ਪਈ ਹੈ, ਉਹਨੇ ਜਾਂ ਐਕਸੈਪਟੈਂਸ ਦੇਣੀ ਹੈ ਜਾਂ ਰਿਜੈਕਸ਼ਨ ਦੇਣੀ ਹੈ। ਸੋ ਇਹ ਚੀਜ਼ਾਂ ਨੂੰ ਲੈ ਕੇ ਆਈ ਪਰਸਨਲੀ ਫੀਲ ਜਿੱਥੇ ਐਕਸੈਪਟੈਂਸ ਆਉਂਦੀਆਂ ਹੈ ਉੱਥੇ ਰਿਜੈਕਸ਼ਨਸ ਵੀ ਆਉਂਦੀਆਂ ਹੈ। So a good person in the market or not a good person in the market, I would not rate anybody bad in the market. ਕੋਈ ਜ਼ਿਆਦਾ ਵਧੀਆ ਹੈ, ਕੋਈ ਥੋੜਾ ਜਿਹਾ ਘੱਟ ਵਧੀਆ ਹੈ, ਵਧੀਆ ਸਾਰੇ ਆਪਣੀ ਸਪੇਸ ਵਿੱਚ ਹੈਗੇ ਆ। ਸੋ ਜੇ ਮੈਂ ਇਸ ਚੀਜ਼ ਨੂੰ ਲੈ ਕੇ ਗੱਲ ਕਰਾਂ, ਕਿਸੇ ਦੀ ਜ਼ਿਆਦਾ ਰਿਜੈਕਸ਼ਨਸ ਆਉਂਦੀਆਂ, ਕਿਸੇ ਦੀ ਘੱਟ ਰਿਜੈਕਸ਼ਨਸ ਆਉਂਦੀਆਂ। ਸੋ ਦਿਸ ਸੀਜ਼ਨ ਹੈਜ਼ ਬੀਨ ਵੈਰੀ ਗੁੱਡ ਫॉर ਅਸ that we have hardly seen any rejections. ਮੇਜਰਲੀ ਸਾਡੇ ਐਕਸੈਪਟੈਂਸ ਹੀ ਰਹੇ ਹੈ ਕੈਨੇਡਾ ਨੂੰ ਲੈ ਕੇ ਜਾਂ ਯੂਕੇ ਨੂੰ ਲੈ ਕੇ। ਇਸ ਚੀਜ਼ ਨੂੰ ਲੈ ਕੇ ਮੈਂ ਇਹ ਜ਼ਰੂਰ ਕਹੂੰਗੀ ਕਿ ਜਦ ਕੈਨੇਡਾ ਦਾ ਇੱਕ ਡਾਊਨਫਾਲ ਆਇਆ ਸੀ, ਸੋ ਸਾਨੂੰ ਵੀ ਪਤਾ ਸੀ ਕਿ ਜੀ ਜੇ ਕੈਨੇਡਾ ਦਾ ਡਾਊਨਫਾਲ ਆ ਰਿਹਾ ਹੈ, ਕੋਈ ਤਾਂ ਕੰਟਰੀ ਹੋਏਗੀ ਜੋ ਐਕਸੈਪਟੈਂਸ ਦੇ ਰਹੀ ਹੋਏਗੀ। ਸੋ ਅਸੀਂ ਵੀ ਥੋੜੀ ਜਿਹੀ ਆਪਣੀ R&D ਸ਼ੁਰੂ ਕੀਤੀ, ਸਾਡੀ ਬੈਕ ਐਂਡ ਟੀਮ ਨੇ ਸਾਰਾ ਕੰਮ ਕਰਨਾ ਸ਼ੁਰੂ ਕੀਤਾ। ਐਂਡ ਦੈਨ ਫॉर ਸਮ ਟਾਈਮ ਇਟ ਵਾਸ UK ਫॉर ਅਸ ਦੈਨ, ਕਿਉਂਕਿ UK ਦੇ ਅਪਰੂਵਲਸ ਆ ਰਹੇ ਸੀ। UK ਦੇ ਤਾਂ ਚਲੋ ਕਦੀ ਖਾਸ ਰੁਕੇ ਹੀ ਨਹੀਂ, ਉਹਨਾਂ ਦਾ ਅਸੀਂ ਕਦੀ ਇਹ ਮਾਰਕੀਟ ਸੁਣਿਆ ਨਹੀਂ। ਇਟ ਇਜ਼ ਜਸਟ ਟਰੈਵਲ ਨੂੰ ਲੈ ਕੇ ਜੋ ਰਿਸਟ੍ਰਿਕਸ਼ਨਸ ਆਈਆਂ ਸੀ, ਦੋਜ਼ ਵਰ ਦੀ ਓਨਲੀ ਰਿਸਟ੍ਰਿਕਸ਼ਨਸ ਇਨ ਦ ਮਾਰਕੀਟ। ਬਟ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਦੀ ਕਦੀ ਰਿਜੈਕਸ਼ਨਸ ਆਣੀਆਂ ਸ਼ੁਰੂ ਹੋ ਗਿਆ ਜਾਂ ਇਹ ਸਭ ਕੁਝ, ਇਹੋ ਜਿਹਾ ਕੁਝ ਨਹੀਂ ਸੀ। ਸੋ ਬੇਸਿਕਲੀ ਨਾ ਜਦ ਆਪਾਂ ਕੰਮ ਕਰਦੇ ਆ ਨਾ, ਸੋ ਸਾਨੂੰ ਮਾਰਕੀਟ ਦੇ ਨਾਲ ਜੋ ਵੀ ਅੱਜ ਸਾਡੀ ਸਰਾਊਂਡਿੰਗਸ 'ਚ ਹੋ ਰਿਹਾ ਹੈ, ਵੋ ਨਾਟ ਇਵਨ ਸੇ ਮਾਰਕੀਟ, ਸਾਡੀ ਸਰਾਊਂਡਿੰਗਸ 'ਚ ਹੋ ਰਿਹਾ ਹੈ ਜਾਂ ਜੋ ਇੱਕ ਗਲੋਬਲ ਪਲੇਟਫਾਰਮ ਤੇ ਹੋ ਰਿਹਾ ਹੈ, ਸਾਨੂੰ ਉਹ ਚੀਜ਼ਾਂ ਨੂੰ ਲੈ ਕੇ ਬਹੁਤ ਅਪਡੇਟਡ ਰਹਿਣਾ ਪੈਂਦਾ ਹੈ। ਵਾਈ? ਬਿਕੋਜ਼ ਇੱਕ ਬੱਚਾ ਸਾਡੇ ਕੋਲ ਆਪਣਾ ਫਿਊਚਰ ਬਣਾਉਣ ਲਈ ਆ ਰਿਹਾ ਹੈ। ਸੋ ਅਸੀਂ ਕੁਝ ਵੀ ਕਰਕੇ ਬੱਚੇ ਨੂੰ ਜੀ ਨਹੀਂ, ਜਿਹੜੇ ਕੈਨੇਡਾ ਜਾਣਾ ਹੈ, ਕੈਨੇਡਾ ਉਸ ਟਾਈਮ ਤੇ ਜ਼ਿਆਦਾ ਰਿਜੈਕਸ਼ਨਸ ਦੇ ਰਿਹਾ, ਐਕਸੈਪਟੈਂਸ ਦੇ ਰਿਹਾ, ਸਾਨੂੰ ਇਹ ਸਾਰਾ ਸਿਨੈਰੀਓ ਸਟੱਡੀ ਕਰਕੇ ਇੱਕ ਬੱਚੇ ਨੂੰ ਨਾ ਸੋਲੂਸ਼ਨ ਵਧੀਆ ਦੇਣਾ ਚਾਹੀਦਾ ਹੈ, ਤਾਂ ਕਿ ਜਦ ਬੱਚਾ ਸਾਡੇ ਕੋਲ ਆਇਆ ਨਾ, ਉਸ ਟਾਈਮ ਤੇ ਬੱਚਾ ਇਜ਼ ਕਨਵਿੰਸਡ ਕਿ ਜੇ ਆਪਾਂ ਉਹਨੂੰ ਕੋਈ XYZ ਆਪਸ਼ਨ ਦੇ ਰਹੇ ਹਾਂ, ਸੋ ਉਹ ਉਹਦੇ ਫਿਊਚਰ ਲਈ ਵਧੀਆ ਹੈ। ਸੋ ਮੈਂ ਕਿਉਂ ਇਹ ਪੁਆਇੰਟ ਲੈ ਕੇ ਆਈ ਹਾਂ, ਜਿਵੇਂ ਮੈਂ ਲਾਸਟ ਪੁਆਇੰਟ ਸਪੈਸ਼ਲੀ ਮੈਂਸ਼ਨ ਕੀਤਾ, ਵੀਜ਼ਾ ਸਕਸੈਸ ਰੇਟ ਫॉर ਕੈਨੇਡਾ। ਸੋ ਜਿਵੇਂ ਅਗੇਨ ਆਈਲ ਕਮ ਬੈਕ ਟੂ ਗਰਾਊਂਡ ਜ਼ੀਰੋ, ਕਿ ਜਿਵੇਂ ਰਿਜੈਕਸ਼ਨ ਆਉਣੀਆਂ ਸ਼ੁਰੂ ਹੋ ਗਿਆ ਸੀ, ਕਾਫੀ ਇਹਨਾਂ ਦੀ ਪ੍ਰੋਸੈਸਿੰਗ ਡਿਲੇ ਹੋ ਗਈ ਸੀ, ਸੋ ਬਹੁਤ ਕੁਝ ਚੱਲ ਰਿਹਾ ਸੀ। ਸੋ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਕੈਨੇਡਾ ਕਾਫੀ ਇਹਨਾਂ ਦਾ ਗ੍ਰਾਫ ਆਲਮੋਸਟ ਇਟ ਹੈਜ਼ ਬੀਨ ਅ ਸਟੀਪ ਹਾਈ, ਆਈ ਵੁਡ ਨਾਟ ਸੇ ਅ ਸਟੀਪ ਲੋ, ਇਟ ਹੈਜ਼ ਬੀਨ ਅ ਸਟੀਪ ਹਾਈ। ਸੋ ਉਸ ਕੇਸਿਸ ਵਿੱਚ ਕੀ ਹੈ, ਇਹਨਾਂ ਦੇ ਅਪਰੂਵਲ ਰੇਟ ਕਾਫੀ ਵੱਧ ਗਏ ਹੈ। ਬਟ ਅਗੇਨ ਇਟ ਆਲਸੋ ਡਿਪੈਂਡਸ ਅਪਨ ਯੋਰ ਪ੍ਰੋਫਾਈਲ ਆਲਸੋ। ਆਈ ਨਹੀਂ ਹੈ ਕਿ ਤੁਸੀਂ ਜੀ ਕੋਈ ਵੀ ਪ੍ਰੋਫਾਈਲ ਲਾ ਦੋਗੇ ਜੀ ਤੁਹਾਡਾ ਅਪਰੂਵਲ ਆ ਜਾਏਗਾ, ਜੀ ਮੈਮ ਨੇ ਕਿਹਾ ਸੀ ਕਿ ਅਪਰੂਵਲ ਤਾਂ ਆ ਜਾਊਗਾ। ਸੋ ਨਹੀਂ, ਜੋ ਉਹਨਾਂ ਦੇ ਬੇਸਿਕ ਕ੍ਰਾਈਟੇਰੀਆ ਉਹਨਾਂ ਨੂੰ ਫੁਲਫਿਲ ਕਰਦੇ ਹੋਏ ਆਪਾਂ ਫਾਈਲ ਲਾ ਰਹੇ ਹਾਂ, then of course we are going towards a visa approval। so ਇਹ ਸਾਰੀ ਚੀਜ਼ਾਂ ਨੂੰ ਰਹਿ ਕੇ ਕੈਨੇਡਾ ਹੁਣ ਵਾਪਸ ਕਾਫੀ ਠੀਕ ਹੋ ਰਿਹਾ ਹੈ, ਇਹਨਾਂ ਦੇ ਅਪਰੂਵਲ ਰੇਟ ਕਾਫੀ ਵਧੀਆ ਹੋ ਗਏ ਹੈ एंड काफ़ी टाइमली ਹੁਣ ਉਹਨਾਂ ਨੇ ਪ੍ਰੋਸੈਸਿੰਗ ਸ਼ੁਰੂ ਕਰਤੀ ਹੈ, ਬਿਕੋਜ਼ ਗ੍ਰੈਜੂਅਲੀ ਥਿੰਗਸ ਹੈਵ ਆਲਮੋਸਟ ਗॉट ਨੋਰਮਲ ਇਨ ਕੈਨੇਡਾ। ਇਹਨਾਂ ਦਾ ਸਟਾਫ ਵੀ ਜਿਵੇਂ 50% ਤੋਂ ਸਟਾਰਟ ਕਰਕੇ ਹੁਣ ਥੋੜਾ ਗ੍ਰੈਜੂਅਲੀ ਵਧਾ ਰਹੇ ਹੈ। ਸੋ ਆਫ ਕੋਰਸ ਵੈਨ ਯੂ ਹੈਵ ਗੁੱਡ ਪੀਪਲ ਬੈਕ ਔਨ ਬੋਰਡ, ਸੋ ਆਫ ਕੋਰਸ ਤੁਹਾਡੀ ਪ੍ਰੋਸੈਸਿੰਗ ਹੋਵੇ ਫਾਸਟਰ ਹੁੰਦੀ ਜਾਂਦੀ ਹੈ। Okay, so I have couple of comments, so I'll cut my discussion here and I'll start answering the questions first and then we'll come back to the discussion. Okay. Vansu Thakur is asking, I've done my 12th in arts. My IELTS score is 5.5 in one module. Please suggest the options for Canada. This is a good profile. After 12, I think in my last video I also mentioned that 5.5 in one module and you have done your 12th, very easily you can apply for your Canadian student visa. And ਜੇ ਤੁਸੀਂ ਆਰਟਸ ਕੀਤੀ ਹੋਈ ਹੈ, ਸੋ ਦੇਰ ਆਰ ਲੋਟ ਆਫ ਆਪਸ਼ਨਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ। ਸੋ ਬੇਸਿਕਲੀ ਤੁਹਾਡਾ ਏਰੀਆ ਆਫ ਇੰਟਰਸਟ। ਸੋ ਨਾਓ ਵਾਟ ਵੀ ਹੈਵ ਡਨ ਇਜ਼, ਸੋ ਜਿਵੇਂ ਇਹ ਵਾਲਾ ਕੁਐਸਚਨ ਹੈ, ਇਹਦੇ ਨਾਲ ਨਾ ਆਈ ਕੁਇਕਲੀ ਸਟਾਰਟ ਥੋੜਾ ਜਿਹਾ ਮੈਂ ਬਰੀਫ ਕਰ ਦੂੰਗੀ ਕਿ ਜਦ ਬੱਚਾ ਸਾਡੇ ਕੋਲ ਆਉਂਦਾ ਹੈ ਨਾ, ਪਹਿਲੇ ਅਸੀਂ ਆਰਟਸ ਦੇ ਬੱਚੇ ਨੂੰ ਸਿੰਪਲ अर्ਲੀ ਚਾਈਲਡਹੁੱਡ ਦੇ ਦਿੰਦੇ ਸੀ, ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਦੇਣਾ। ਬਟ ਨਾਓ ਵਾਟ ਵੀ ਹੈਵ ਸਟਾਰਟਡ ਡੂਇੰਗ ਇਜ਼ ਕਿ ਅਸੀਂ ਬੱਚੇ ਦੀ ਨਾ ਚੋਇਸ ਪੁੱਛਦੇ ਆ, ਏਰੀਆ ਆਫ ਇੰਟਰਸਟ। ਏਰੀਆ ਆਫ ਇੰਟਰਸਟ ਪੁੱਛਣਾ ਬਹੁਤ ਜ਼ਰੂਰੀ ਹੈ, ਬਿਕੋਜ਼ ਬੱਚੇ ਦਾ ਨਾ ਆਪ ਇੰਟਰਸਟ ਬਣ ਜਾਂਦਾ ਹੈ ਜਦੋਂ ਦੀ ਫਾਈਲ ਪ੍ਰੋਸੈਸਿੰਗ ਚੱਲ ਰਹੀ ਹੁੰਦੀ ਹੈ। ਜ਼ਰੂਰੀ ਨਹੀਂ ਹੈ ਕਿ ਜੀ ਇੱਕ ਬੰਦੇ ਦਾ अर्ਲੀ ਚਾਈਲਡਹੁੱਡ ਵਿੱਚ ਇੰਟਰਸਟ ਹੋਏ, ਉਹਦਾ ਜੇ ਮੇ ਬੀ ਇੰਟਰਸਟ ਹੀ ਹਸਪਿਟੈਲਿਟੀ ਵਿੱਚ ਹੈ, ਆਰਟਸ ਦੇ ਬੱਚੇ ਨੂੰ ਅਸੀਂ ਹਸਪਿਟੈਲਿਟੀ ਦੇ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ ਹੈ। ਵੀ ਜਸਟ ਨੀਡ ਟੂ ਬਿਲਡ ਦ ਥਿੰਗ, ਬਿਲਡ ਦ ਪ੍ਰੋਫਾਈਲ। ਸੋ ਬੇਸਿਕ ਏਰੀਆ ਆਫ ਇੰਟਰਸਟ ਪਤਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਐਂਡ ਦੈਨ ਅਕੋਰਡਿੰਗਲੀ ਜੇ ਤੁਸੀਂ ਬੱਚੇ ਨੂੰ ਕੋਰਸ ਦਓਗੇ ਨਾ, ਸੋ
basically you're starting the profile in a very on a very positive note. So when things are going positive, the profile building is going well and the student is satisfied, sab to important, so automatically visa approval the chances vadde jande hain. So je main gal kara, I would really want to know your area of interest before I suggest you anything, but the profile is good and we can easily apply for Canadian student visa. And next, does 6.5 Canada, or should, see, in this case I would outrightly suggest you to apply to reattempt your IELTS, because you have not mentioned that you've done your 12th or you've done your graduation, but in any case 5 in 1 module I would never take up a file, at least for Canada I would not. So is case which if you want a visa approval, at least 5.5 only in 1 module, जे reattempt कर ही रहे हो तो 6 overall and no less than 6 is what I would want. 5.5 एक रह जाए, not a problem. Post 12th we can easily work towards your visa approval. Okay, next, I have done my masters in 2015 and scored 6.5 in listening and 6 in reading, 5.5. Okay, and you have basically you have two 5.5s. Do I have any option to apply for student visa in Canada? See, if I talk about your case, it is a 50-50 case. We can definitely give you some options. If you are not ready to reattempt your IELTS, then that's a separate thing. If you, in my opinion, I would want you to attempt your IELTS at least after your masters, because to see 12th भी कर लिए, graduation भी कर लिए, masters भी कर लिए. So अपना progression भी show करना है कि तुसी कनाडा जाके क्यों एक होर मास्टर्स तो बाद कुछ होर पोस्ट ग्रेजुएट कोर्स करना चाहते हो या डबल मास्टर्स करना चाहते हो. सो ਅਸੀਂ उस चीज़ ਨੂੰ बेसिकली क्लैरिफाई करिए या थोड़े 5.5 दो मॉड्यूल्स विच क्लैरिफाई करिए. सो you are a better judge of your profile. एक profile विच जिदे विच ਆਪਾਂ दो चीज़ दिखाना है. So automatically a profile जिदे विच ਆਪਾਂ एक चीज़ clarify करनी है, that has better scope of visa approval. So I think I leave my answer here and you should be a better judge कि ये दोनों चीज़ां च थोनू reattempt IELTS करना चाहिए कि नहीं करना चाहिए. In my opinion, yes, you must reattempt, and then it is a smooth profile. We can easily go ahead with your student visa. And next question is, my visa application is under process. Can I take online classes for my September intake? I receive offer letter from Loyalist College. I think this is a very apt question. मेरे उत्ते ਉਹਦੇ ਵਿੱਚ ਵੀ mention ਕੀਤਾ ਹੋਇਆ online studies for September intake for Canada. Absolutely you can. ਜੇ ਤੁਹਾਡੀ file under process है or everything is done, your biometrics, you've submitted your biometrics, everything is done, absolutely you can start with your online classes. ਤੁਸੀਂ ਬਸ ਜੋ ਉਸ college ਦੇ basically ਜੋ ਉਹਨਾਂ ਦਾ प्रोसैस है फॉर ऑनलाइन क्लासेस रजिस्टर करना है, सब कुछ करना है, वो सब कुछ तो ऑन पॉइंट रखना पड़ेगा. तुसी बहुत आराम नाल अपनी क्लासेस ऑनलाइन स्टार्ट कर सकते हो. एंड एज सून एज यू गेट अ वीजा अप्रूवल. Question, I've done my BCom in 2020 and my IELTS score is 6.5, no less than 6. Please suggest some options. This is a very good profile. I think a very apt profile. 2020 BCom ਕੀਤੀ है, 6.5 no less than 6. जो ਆਪਾਂ बेसिकली सारिਆਂ ਨੂੰ कहने ਆ, this is exactly that profile. So commerce ਦੀ background है. So again we need to see कि ਤੁਹਾਡਾ area of interest ਕੀ है. You want to go into accounting, you want to go into economics, you want to go into business studies. So ਇਹ ਸਾਰੀ ਚੀਜ਼ਾਂ ਨੂੰ ਲੈ ਕੇ we can definitely apply for your postgraduate diploma if you want to go under a college category. We can definitely give you a management course also. Talking about college category ਵੀ ਦੇ ਸਕਦੇ ਹਾਂ ਆਪਾਂ, university category ਵੀ ਦੇ ਸਕਦੇ ਹਾਂ. सो ਤੁਹਾਨੂੰ ਇਹ ਦੇਖਣਾ ਹੈ ਕਿ ਤੁਸੀਂ ਮੈਨੇਜਮੈਂਟ ਸਾਈਡ ਵੱਲ ਜਾਣਾ ਹੈ ਜਾਂ ਆਪਣੀ ਅਕਾਊਂਟੈਂਸੀ ਆਪਣੀ ਕਾਮਰਸ ਦੀ ਲਾਈਨ ਨੂੰ ਹੀ ਅੱਗੇ ਲੈ ਕੇ ਜਾਣਾ ਹੈ. ਸੋ ਦੋਨੋਂ ਕੇਸਿਸ ਵਿੱਚ ਯੈਸ ਡੈਫੀਨਿਟਲੀ ਵੀ ਕੈਨ ਗਿਵ ਯੂ ਦੀ ਆਪਸ਼ਨਸ ਵੈਰੀ ਈਜ਼ੀਲੀ. ਐਂਡ ਹੁਣ ਕਾਫੀ ਲੋਕਾਂ ਨੇ ਮੇਰੇ ਤੋਂ ਅੱਗੇ ਕੋਰਸ ਆਪਸ਼ਨਸ ਦੇ ਬਾਰੇ ਗੱਲ ਕੀਤੀ ਹੈ. ਸੋ ਇਸ ਚੀਜ਼ ਵਿੱਚ ਆਈ ਵੁੱਡ ਵਾਂਟ ਟੂ bringing the topic of the upcoming intakes. So January intake and then May 2022 intake. सो ये दोनों इनटेक्स ऑलमोस्ट ओपन है. जनवरी तो सारे पता ही है कि ओपन है. मई 2022 इनटेक भी काफ़ी ओपन हो चुकी है.
ਸੋ ਬਿਨਾਂ ਡੀਲੇ ਕੀਤੇ ਇਹ ਨਾ ਸੋਚੋ ਕਿ ਹਜੇ ਜੀ ਮੈਨੂੰ ਟਾਈਮ ਪਿਆ ਹੈ ਆਪਾਂ ਆਰਾਮ ਨਾਲ ਕਰ ਲਾਂਗੇ, ਨਹੀਂ, ਜਿੰਨੀ ਛੇਤੀ ਹੋ ਸਕੇ ਨਾ ਸਟਾਰਟ ਵਰਕਿੰਗ ਟੁਵਰਡਸ ਯੋਰ ਪ੍ਰੋਫਾਈਲ। ਜੇ ਤੁਸੀਂ ਆਪਣਾ ਮਾਈਂਡ ਬਣਾ ਚੁੱਕੇ ਹੋ ਨਾ ਕਿ ਜੀ ਅਸੀਂ ਬਾਹਰ ਜਾ ਕੇ ਆਪਣਾ ਫਿਊਚਰ ਬਣਾਉਣਾ ਹੈ, ਤੇ I think the thing ends there. Start working on it. Start making it. Start basically working towards making this thing a reality. So, जिस दिन तुसी डिसाइड कर लो ना कि तुसी अपना फ्यूचर कैनेडा यूके किसी भी बाहरली कंट्री च बनाना है, एंड द थिंग देयर, स्टार्ट वर्किंग ऑन योर प्रोफाइल। एंड जिवें थोनू ऑफर लेटर किसी वधिया कॉलेज यूनिवर्सिटी तो आंदी है, आराम नाल अपना अगे प्रोसैस कंप्लीट कर दे जाओ। एंड टॉकिंग अबाउट ऑल and I think the third point, timeline for visa decision after biometrics. Yes, ਇਹ ਮੈਨੂੰ ਬਹੁਤ ਬੱਚਿਆਂ ਨੇ ਪੁੱਛਿਆ, ਮੇਰੀ ਟੀਮ ਵੀ ਕਈ ਵਾਰ ਮੈਨੂੰ ਪੁੱਛਦੀ ਰਹਿੰਦੀ ਹੈ ਕਿ ਮੈਮ ਉਹਨਾਂ ਦੇ ਬਾਇਓਮੈਟ੍ਰਿਕਸ ਹੋਏ ਵੀ ਇੰਨਾ ਟਾਈਮ ਹੋ ਗਿਆ। ਸੋ ਬੇਸਿਕਲੀ ਬਾਇਓਮੈਟ੍ਰਿਕਸ ਹੋਣ ਤੋਂ ਅਗੇਨ ਕਈ ਬੱਚਿਆਂ ਦੇ 2 ਤੋਂ 3 ਦਿਨ ਚ ਵੀ ਪਾਸਪੋਰਟ ਰਿਕੁਐਸਟਸ ਆ ਰਹੀਆਂ, ਕਈਆਂ ਨੂੰ ਆਲਮੋਸਟ 7 to 10 वर्किंग डेज भी लग रहे हैं। सो डोंट वरी, इस टाइमलाइन ਨੂੰ ਲੈ ਕੇ ਮੈਂ ਤੁਹਾਨੂੰ ਜਨਰਲੀ ਦੱਸ ਸਕਦਾ ਵਿਦਿਨ 2 ਵੀਕਸ ਤੁਹਾਡੀ ਅਪਰੂਵਲ ਆ ਜਾਏਗੀ। जब थोड़े जिस दिन तो थोड़े बायोमेट्रिक्स हुए हैं वो तो विदिन 2 वीक्स के विच थोड़ी अप्रूवल वीजा डिसीजन बेसिकली आ जाएगा। सो आई थिंक आई हैव कवर्ड ऑल द 4 points आई हैव मेंशन। वीजा अप्रूवल्स अगेन जिहदे नाल मैं स्टार्ट किया सी, दैट आई थिंक आवर मंडे स्टार्टेड ऑफ वेरी वेल विद ऑलमोस्ट 5 to 6 वीजा अप्रूवल्स and online and I would want to add one more thing, visa ਇਹ ਤਾਂ ਸਿਰਫ ਪਾਸਪੋਰਟ ਰਿਕੁਐਸਟ ਆਇਆ ਸੀ, ਅੱਜ ਇੱਕ ਬੱਚੇ ਦਾ ਪਾਸਪੋਰਟ ਵੀ ਸਟੈਂਪ ਹੋ ਕੇ ਆਇਆ ਹੈ। ਸੋ ਦੈਟ ਇਜ਼ ਫॉर ਕੈਨੇਡਾ ਔਰ ਕਾਲਜ। ਸਾਡਾ ਸਟੂਡੈਂਟ ਸੀਗਾ ਪਹਿਲਾਂ ਕਿਤੇ ਤੋਂ, ਪਹਿਲਾਂ ਉਹਨਾਂ ਦੀ ਬੇਸਿਕਲੀ ਰਿਜੈਕਸ਼ਨ ਸੀਗੀ, ਸੋ ਹੀ ਕੇਮ ਟੂ ਅਸ, ਪ੍ਰੋਫਾਈਲ ਬਿਲਡਿੰਗ ਕੀਤੀ, ਪ੍ਰੋਫਾਈਲ ਬਹੁਤ ਅੱਛੀ ਸੀ, ਵੈਰੀ ਨਾਈਸ ਆਇਲ ਸਕੋਰ, ਹੀ ਇਜ਼ ਡੂਇੰਗ ਹਿਜ਼ ਚਾਰਟਰਡ ਅਕਾਊਂਟੈਂਸੀ, ਵਧੀਆ ਪ੍ਰੋਫਾਈਲ ਬਿਲਡਿੰਗ ਹੋਈ, ਸਭ ਕੁਝ ਹੋਇਆ, ਐਂਡ ਨਾਓ ਹੀ ਹੈਜ਼ ਹਿਜ਼ ਵੀਜ਼ਾ ਅਪਰੂਵਲ। ਜ਼ਿਆਦਾ अपना पासपोर्ट लेके गए हैं। सो इन टोटल आई वुड से इट हैज बीन अ वेरी गुड डे, ऑलमोस्ट 7 approvals is what we have. Timeline for visa okay, so I think more or less I've covered the points I've mentioned. So in case you have ਹੋਰ ਕੋਈ questions ਹੈਗੇ ਦਿਮਾਗ 'ਚ ਇਸ ਚੀਜ਼ਾਂ ਨੂੰ ਲੈ ਕੇ, ਕੋਰਸ ਨੂੰ ਲੈ ਕੇ, कुछ भी चीज़ों को लेके, देर आर सो मेनी थिंग्स गोइंग ऑन, कुछ ना कुछ चलता रहता है। सो कोई भी थोड़ा डाउट है, कुछ भी है, यू कैन ड्रॉप इन हियर ऑल्सो इन द कॉमेंट सेक्शन, और यू कैन गेट इन टच विद आवर टीम, दे विल गाइड यू बेटर एंड अकॉर्डिंगली ਆਪਾਂ ਅੱਗੇ ਵਧ ਸਕਦੇ ਹਾਂ। आवर एसोसिएशन कैन ऑल्सो we can take it further, and you never know, you might be the next one ਜਿਹਦੇ ਸਾਡੀ ਪਾਸਪੋਰਟ ਰਿਕੁਐਸਟ ਆ ਰਹੀ ਹੋਏ। Okay, so everyone stay safe। ਹੁਣ ਤਾਂ ਚੀਜ਼ਾਂ ਕਾਫੀ ਬੈਟਰ ਹੋ ਰਹੀਆਂ हैं, बट स्टिल स्टे सेफ, अपनी सारी प्रिकॉशंस लो, एंड ਅੱਗੇ ਆਪਣੇ ਫਿਊਚਰ ਦੇ ਬਾਰੇ ਸੋਚੋ, ਘਰੇ ਬੈਠ ਕੇ ਆਰਾਮ ਨਾਲ ਆਪਣੇ ਫਿਊਚਰ ਦੇ ਬਾਰੇ ਸੋਚੋ, ਐਂਡ ਉਸ ਫਿਊਚਰ ਨੂੰ ਰਿਐਲਿਟੀ ਬਣਾਉਣ ਲਈ ਗੈਟ ਇਨ ਟੱਚ ਵਿਦ ਅਸ। ਥੈਂਕ ਯੂ।